ऐसी मत दीजै मेरे ठाकुर, सदा सदा तुध त्याई। हर जियो साची नदर तुम्हारी, अपने दासान कृपा कर प्यारे। राखो पैज हमारी। पतत पावन भगत वत्सल गरीब नवाज सतगुरु जो जुग अटल। धन धन साहिब श्री गुरु ग्रंथ साहिब महाराज जियां दे पाक पवित्र मुबारक चरना कमलों विच प्रेम सहित जुड़ बैठी गुरु प्यारी साध संगत जी, आपो अपनी आत्मा दे भले लई और सुरत नूं गुर शब्द विचार नाल जोड़न वास्ते सरदा भावना नाल सतगुरां दी बख्शी हुई फतेह बुलाओ। आखो जी वाहिगुरू जी का खालसा वाहिगुरू जी की फतेह। अमृत तेरी बाणियां तेरियां भगतां हृदय समाणियां, सुख सेवा अंदर रखिया अपनी नदर करे निस्तार जियो। धन गुरु ग्रंथ साहिब महाराज जियां दे दूसरे राग माझ राग दे चौपदियां दी बाणी अंदर सतगुरु बख्शिश करदे अमृत तेरी बाणियां। ऐ एक सत चित आनंद परिपूर्ण परमात्मा जी जो तुहाडे मुख चो उचारण कीती बाणी है, ये अमृतमयी है। दुनिया दे बहुत सारे पदार्थ तुसीं चख वेखे है, कुछ ऐसे पदार्थ ने जिन्हां दा नाम सुनिया जे पर चखे नहीं। पर जे वो खा भी लवांगे ना कदे समा आउण ते, दुनिया दे सारे पदार्थां नालों मिठा पदार्थ है धन श्री गुरु ग्रंथ साहिब महाराज जी दी अमृतमयी बाणी। अमृत तेरी बाणियां, ये जो गुरु ग्रंथ साहिब महाराज दी बाणी तमाम पदार्थां नालों मिठी है। तेरियां भगतां हृदय समाणियां, ये बाणी धर्म के ठेकेदारां दे हिरदे विच नहीं समाउंदी, भगतां दे हिरदे विच समाउंदी है। क्यों? क्योंकि उचारण भगतां ने कीती है। गुरु ग्रंथ साहिब महाराज दे पाक पवित्र स्वरूप अंदर 15 भगतां दी बाणी है। तेरियां भगतां हृदय समाणियां, भगतां ने उचारण कीती है। इस बाणी नूं पढ़ के भगत बनते ने, विण गुण कीते भगत ना होए। इनू पढ़न तो बाद जिहड़े भगत बनते हैं उनके हिरदे विच बाणी समाउंदी है। सुख सेवा अंदर रखिया। दुनिया का जिन्ना भी सुख है, दानिया ने कुछ सुख मन्ने आ, जिवें कि काया की तंदुरुस्ती, घर दे विच रिजक दा होना, इस घर दे विच सलूक इतफाक दा होना, पोतरा भी घर होवे, प्यो भी होवे, दादा भी, 3 पीढ़ियां घर विच बैठियां होणे, सुख मन्निया दानिया ने। खानदानी सुख
ਦੁੱਧ ਪੁੱਤਰ ਦੀ ਦਾਤ ਘਰ ਹੋਵੇ ਸੁਖ ਮੰਨਿਆ। ਪਾਈ ਪੈਸੇ ਦਾ ਸੁਖ ਹੈ, ਔਲਾਦ ਹੋਵੇ ਔਲਾਦ ਨੇਕ ਹੋਵੇ ਸੁਖ ਮੰਨਿਆ। ਇਹ ਜਿਹੜੇ ਦੁਨੀਆ ਦੇ ਸੁੱਖ ਨੇ, ਸੁਖ ਸੇਵਾ ਅੰਦਰ ਰੱਖਿਆ। ਦੁਨੀਆ ਦਾ ਹਰ ਸੁੱਖ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਸੇਵਾ ਵਿੱਚ ਛੁਪਾ ਕੇ ਰੱਖਿਆ। ਜਿਹੜੇ ਜਿਹੜੇ ਜੀਵਾਂ ਨੇ ਸੇਵਾ ਕੀਤੀ ਹੈ ਉਹ ਆਪ ਸੁਖੀ ਰਹੇ ਨੇ। ਜਿੰਨੀ ਦੇਰ ਤੱਕ ਉਹ ਜੀਵਨ ਕਾਲ ਅੰਦਰ ਰਹੇ ਨੇ ਸੁਖੀ ਰਹੇ ਨੇ। ਉਹਨਾਂ ਦੇ ਦਰਸ਼ਨ ਕਰਨ ਵਾਲਿਆਂ ਨੂੰ ਸੁੱਖ ਮਿਲਦਾ ਰਿਹਾ। ਚਲੇ ਜਾਣ ਤੋਂ ਬਾਅਦ ਵੀ ਵੇਖ ਲਓ ਤੁਸੀਂ ਫੇਰ ਅੱਜ ਦੀ ਦਿਹਾੜੀ ਸੁੱਖਾਂ ਦੀ ਬਤੀਤ ਕਰਨੀ ਹੈ। ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ 25 ਸਾਲ ਸੇਵਾ ਕੀਤੀ, ਨਾ 24 ਨਾ 26। ਸਰੀਰ ਦੀਆਂ 25 ਪ੍ਰਕਿਰਤੀਆਂ ਨੇ। 25 ਸਾਲ ਲੰਗਰ ਦੀ ਸੇਵਾ ਕਰਕੇ ਸੁੱਖ ਸੇਵਾ ਅੰਦਰ ਰੱਖਿਆ। ਸਰੀਰ ਦੇ ਦੁਆਰਾ ਸੇਵਾ ਕੀਤੀ ਹੈ ਤੇ ਸਰੀਰ ਦਾ ਸੁੱਖ ਸਭ ਤੋਂ ਵੱਡੀ ਗੱਲ। ਤੰਦਰੁਸਤੀ ਹੋਵੇ ਸਾਰੀਆਂ ਚੀਜ਼ਾਂ ਚੰਗੀਆਂ ਲੱਗਦੀਆਂ। ਤੁਸੀਂ ਕਰੋੜਪਤੀ ਹੋਵੋ, ਅਰਬਾਂਪਤੀ ਹੋਵੋ, ਜੇ ਬਿਮਾਰ ਪਏ ਹੋ ਕੋਲ ਪਾਣੀ ਦੇਣ ਵਾਲਾ, ਮੱਥੇ ਤੇ ਠੰਡੀਆਂ ਪੱਟੀਆਂ ਧਰਨ ਵਾਲਾ ਕੋਈ ਨਹੀਂ ਨਾ ਹੈ, ਤੋ ਕਰੋੜਾਂ ਅਰਬਾਂ ਰੁਪਈਆ ਜਿਹੜਾ ਕਿਸੇ ਕੰਮ ਵੀ ਨਹੀਂ ਹੈ। ਤੋ ਮਹਾਂਪੁਰਖਾਂ ਨੇ ਸੇਵਾ ਕੀਤੀ। ਗੁਰੂ ਦੀ ਸੇਵਾ ਵਿੱਚੋਂ ਆਪ ਆਪਣਾ ਮਨ ਸੁਖ ਪ੍ਰਾਪਤ ਕੀਤਾ। ਸੁਖ ਸੇਵਾ ਅੰਦਰ ਰੱਖਿਆ। ਤੇ ਜਿਨ੍ਹਾਂ ਨੇ ਗੁਰੂ ਦੇ ਦਰ ਦੀ ਸੇਵਾ ਕੀਤੀ ਉਹ ਪਹਿਲਾਂ ਆਪ ਸੁਖੀ ਹੋਏ। ਜਿਨ੍ਹਾਂ ਜਿਨ੍ਹਾਂ ਨੇ ਦਰਸ਼ਨ ਕੀਤੇ ਸੁਖੀ ਹੋਏ। ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਮਹਾਂਪੁਰਖਾਂ ਦੇ ਬਚਨ ਕਮਾਉਣ ਵਾਲੇ ਸੁਖੀ ਹੋਏ। ਹੁਣ ਸਾਡਾ ਸੁਭਾਅ ਬਣ ਗਿਆ, ਕੋਈ ਬੰਦਾ ਟੂਣੇ ਕਰਕੇ ਸੁਖੀ ਹੋਣਾ ਚਾਹੁੰਦਾ, ਕੋਈ ਬੰਦਾ ਜਿਹੜਾ ਦੌਲਤ ਕਮਾ ਕੇ ਸੁਖੀ ਹੋਣਾ ਚਾਹੁੰਦਾ। ਪਰ ਬਾਣੀ ਇਸ ਗੱਲ ਨੂੰ ਨਹੀਂ ਮੰਨਦੀ। ਬਾਣੀ ਬਖਸ਼ਿਸ਼ ਕਰਦੀ ਹੈ ਸੁਖ ਸੇਵਾ ਅੰਦਰ ਰੱਖਿਆ। ਦੁਨੀਆ ਦਾ ਹਰ ਸੁੱਖ ਜਿਹੜਾ ਭਾਵੇਂ ਲੋਕ ਨਾਲ ਪਰਲੋਕ ਨਾਲ ਸੰਬੰਧਿਤ ਹੈ, ਸੰਸਾਰੀ ਹੈ ਚਾਹੇ ਪਰਮਾਰਥੀ ਸੁੱਖ ਹੈ, ਉਹ ਗੁਰੂ ਦੀ ਸੇਵਾ ਵਿੱਚੋਂ ਪ੍ਰਾਪਤ ਹੁੰਦਾ। ਜਿਨ੍ਹਾਂ ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ। ਤੁਹਾਡੇ ਵਿੱਚੋਂ ਬਹੁਤਿਆਂ ਦਾ ਇਹ ਸਵਾਲ ਹੋਵੇਗਾ ਸਾਡਾ ਮਨ ਨਹੀਂ ਜੁੜਦਾ। ਬਹੁਤਿਆਂ ਦਾ ਸਵਾਲ ਹੋਵੇਗਾ ਸਾਡਾ ਮਨ ਟਿਕਦਾ ਨਹੀਂ। ਕਈ ਨਾ ਹੁਣ ਇੱਥੇ ਮਜਬੂਰੀ ਬਸ ਬੈਠੇ ਆ ਵੀ ਜੇ ਨਾ ਗਏ ਤੇ ਨਜ਼ਰ ਚਾਹਾਂਗੇ ਵੀ ਉਹ ਨਹੀਂ ਆਇਆ। ਪਰ ਮਨ ਜਿਹੜਾ ਉਹ ਇਕਾਂਤ ਨਹੀਂ, ਸ਼ਾਂਤ ਨਹੀਂ। ਪਤਾ ਕਾਰਨ ਕੀ ਹੈ? ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਆ, ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹਿ ਹਦੂ। ਜਿਸ ਬੰਦੇ ਨੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਵਿਸਰ ਜਾਏ, ਕਦੇ ਉਹਨੇ ਸੰਗਤ ਵਿੱਚ ਬੈਠ ਕੇ ਸੰਗਤ ਦਾ ਰਸ ਨਹੀਂ ਮਾਣਿਆ, ਨਾਮ ਨਹੀਂ ਜਪਿਆ, ਗੁਰੂ ਘਰ ਦੀ ਸੇਵਾ ਨਹੀਂ ਕੀਤੀ। ਆ ਵੇਖਿਆ ਮੈਂ ਵੇਖਣਾ ਪਿੰਡਾਂ 'ਚ ਨਾ ਘਰ ਸਾਰਾ ਰਾਜ ਭਾਗ ਬਣਿਆ, ਬੰਦੇ ਸਾਰਾ ਦਿਨ ਬਰੋਟੇ ਥੱਲੇ ਬੈਠੇ ਰਹਿੰਦੇ, ਤਾਸ਼ ਖੇਡਣਗੇ। ਆਹ ਸਿਰ ਦੇ ਉੱਤੋਂ ਹੱਥ ਆਉਂਦਾ ਪੱਤਾ ਠਾਹ ਥੱਲੇ। ਹੱਥ ਜਿਹੜਾ ਉੱਪਰ ਨਹੀਂ ਚੱਲਣਾ ਚਾਹੀਦਾ। ਇਹ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਉੱਤੇ ਚੌਰ ਸਾਹਿਬ ਲਈ ਸੱਜੇ ਖੱਬੇ ਚੱਲਣਾ ਚਾਹੀਦਾ ਜੇ ਆਪਾਂ ਸੁਖੀ ਹੋਣਾ ਚਾਹੁੰਦੇ। ਤੋ ਮਹਾਰਾਜ ਬਖਸ਼ਿਸ਼ ਕਰਦੇ ਆ, ਗੁਰ ਕੀ ਸੇਵਾ ਵਿਸਰੀ ਕਿਉਂ ਮਨ ਰਹਿ ਹਦੂ। ਜਿਨ੍ਹਾਂ ਨੂੰ ਗੁਰੂ ਦੇ ਦਰ ਦੀ ਸੇਵਾ ਵਿਸਰ ਜਾਂਦੀ, ਉਹਨਾਂ ਦਾ ਮਨ ਤੇ ਕਦੇ ਸਰੀਰ ਰੂਪੀ ਘਰ ਦੇ ਵਿੱਚ ਹਾਜ਼ਰ ਨਹੀਂ ਰਹਿੰਦਾ, ਭਟਕਦਾ ਰਹਿੰਦਾ। ਸੇਵਾ ਬੜੀ ਉੱਤਮ ਦਾਤ ਹੈ ਜਿਹਨੂੰ ਪਰਮੇਸ਼ਰ ਦੇਵੇ। ਮਹਾਂਪੁਰਖਾਂ ਨੇ ਕੀਤੀ ਹੈ ਤੇ ਅਗਾਂ ਕਿੰਨਿਆਂ ਨੂੰ ਸੇਵਾ ਨਾਲ ਜੋੜਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਸਨ ਭਾਈ ਭਗਤ ਸਿੰਘ। ਭਲਿਆਂ ਵੇਲਿਆਂ ਦੀ ਗੱਲ ਹੈ, ਅੰਗਰੇਜ਼ ਦੇ ਰਾਜ ਵੇਲੇ ਦੀ ਗੱਲ। ਉਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਦੀ ਨਿਯੁਕਤੀ ਲਾਹੌਰ ਦਰਬਾਰੋਂ ਹੁੰਦੀ ਸੀ।
भाई भगत सिंह दी नियुक्ति होई, वो सचखंड श्री हरिमंदर साहब की सेवा करते, मुख ग्रंथी साहबान दी बड़े प्यार सत्कार नाल गुरु रामदास महाराज दर की सेवा करते आ। एक दिन लाहौरों वायसराय चलिया, वायसराय हिंद। वो गोरा जिहड़ा लाहौरों आया, उहदे नाल कुछ 5-7 झोली चुक भी आ गए, जिहड़े पिट्ठू हुंदे आ वो भी नाल आ गए। जदों दरबार साहब आए ना परिक्रमा विच, तां परिक्रमा विच वायसराय ने कहा कि आपां नूं आ जुत्ती लाह लैनी चाहिए। वो नाल दे जिहड़े बंदे सन ना झोली चुक, वो कहंदे नहीं इत्थे नहीं लाउणी, उत्थे अगे लावांगे। वायसराय नूं ना जुत्ती नहीं लाउण दित्ती। ते देवनेत भाई भगत सिंह नूं पता लगा कि अज वायसराय हिंद ने दरबार साहब आउणा है, तो ज्ञानी जी भी दर्शन ड्योढ़ी कोल चले गए। तां वायसराय दे पैरी जुत्ती वेख के ना भाई भगत सिंह ने बेनती की, कहण लगे तुसीं इस हालत च अगे नहीं जा सकते। ये धन गुरु रामदास महाराज दा घर आ, श्री गुरु ग्रंथ साहब महाराज प्रकाशमान ने, तुसीं अंदर इस तरह जुत्ती पा के नहीं जा सकते। वो नाल दे कहण लगे जी नहीं ये वायसराय हिंद ने। वो कहंदे भावें कोई होवे, तुसीं इस तरह जुत्ती पा के अंदर परिक्रमा नहीं जा सकते। वो नाल दे कहंदे चलो जी चलो अगे चलो। भाई भगत सिंह दे कोल श्री साहब सी, उन्होंने श्री साहब बाहर कढ़ ली। कहण लगे जे एक पैर अगे पुट्टिओ ना तां जिहड़ी धौण आ धड़ नाल जुदा हो जानी। जदों हत्थ को श्री साहब बाहर आई ना म्यान दे विचों, वायसराय दा मत्था ठणकिया भी गुरु का सिखिया ये जिहड़ी गल कहिंदे पूरी कर दिंदे, आपां नूं झुक जाना चाहिए। उन्हें जुत्ती लाती, मत्था टेकिया। वापस लाहौर जांदियां सार भाई भगत सिंह की नियुक्ति रद्द कर दी। हत्क जान के भी इन्हें मैनू आउण जाण ते रोको। जदों भाई भगत सिंह की सेवा मुक्त कर दिते गए, तां अगे हुण रोज़ दरबार साहब की सेवा करते सी। अज उन्हें हरमंदर साहब दे विचों बाहर कर दिता कि भी तुसीं हरमंदर साहब सेवा नहीं निभा सकते। तां उदास मन दे नाल अमृतसरों चले ते तरन ताਰਨ साहब आ गए। तरन ताਰਨ साहब आके जो शाम का समा आया ना, रहराज साहब का पाठ किया ते भुब्बा मार के रोन लग गए। कह लग्या गुरु रामदास महाराज तेरे दर की मर्यादा पालदियां तेरे दर की हतक ना होवे तां मैं सच का पहरेदार होके खलोता अगे, ते सजा मैनू ये मिली कि तेरी सेवा मेरे तो दूर हो गई, सेवा मेरे हथों खुस गई। महाराज सेवा तो मेरे हथों खुस गई अज शाम की। जे मैं सचखंड श्री हरिमंदर साहब हुंदा तां रहराज साहब का पाठ तुहाडी ताबिया बैठ के करदे, सारी सेवा निभाउंदे सुख आसन दी। तो महाराज अज जो सेवा प्राप्त नहीं हुई, शरीर जिहड़ा पीड़ा नाल व्याकुल हो रहा, बंद बंद पीड़ पिया करदा है। संतन दुख पाए ते दुखी, जदों कोई रब दा प्यारा दुखी हुंदा ना किसी कारण करके, तो परमेश्वर नूं भी उहदे हालत विच दुखी होना पैंदा। जदों भाई भगत सिंह ने इन्नी गल कही ना कि मेरी शरीर सेवा ना करन करके पीड़ा नाल व्याकुल हो रहा है, तो उधर लाहौर दे अंदर वायसराय नूं इन्नी जबरदस्त पीड़ छिड़ी शरीर दे अंदर, सूल पवे। गुरु के सिख ने तरन ताਰਨ बैठे अरदास की, नितनेम करदियां करदियां महाराज सेवा नहीं हुई, अज ते शरीर पीड़ा नाल व्याकुल हो रहा है, जिदे कारण करके सेवा विसरी है, जिन्हें जाके नियुक्ति रद्द की है, लाहौर दे शाही महलों में पिया होया पीड़ा नाल विलकदा पिया। ते ओहदी घर वाली मेम ने
ਪੁੱਛਿਆ ਤੁਸੀਂ ਸਵੇਰੇ ਅੱਜ ਕੀ ਕੀਤਾ, ਜਿਹੜਾ ਕੋਈ ਕੀ ਕੁਛ ਖਾਧਾ, ਜਦੋਂ ਕੋਈ ਬਿਮਾਰ ਹੋ ਜਾਏ ਆਪਾਂ ਪੁੱਛਨੇ ਤੂੰ ਕਿੱਥੇ ਗਿਆ ਸਾਂ, ਧੁੱਪੇ ਫਿਰਿਆ ਸਾਰੀ ਦਿਹਾੜੀ, ਜਾਂ ਕੁਝ ਗਲਤ ਖਾ ਲਿਆ ਜਿਹਦੇ ਕਾਰਨ ਕਰਕੇ ਕੋਈ ਦੁੱਖ ਤਕਲੀਫ ਆਈ। ਉਹ ਘਰ ਵਾਲੀ ਪੁੱਛਦੀ ਵੀ ਤੁਸੀਂ ਅੱਜ ਕੀ ਖਾਧਾ, ਕਿੱਥੇ ਗਏ ਸੀ, ਤੁਹਾਨੂੰ ਇਹ ਦੁੱਖ ਤਕਲੀਫ ਕਿਉਂ ਬਣਿਆ? ਉਹ ਕਹਿੰਦਾ ਮੈਂ ਅੱਜ ਗੋਲਡਨ ਟੈਂਪਲ ਗਿਆ ਸੀ। ਕਹਿਣ ਲੱਗੀ ਉੱਥੇ ਕੋਈ ਅਵੱਗਿਆ ਤੇ ਨਹੀਂ ਕਰ ਆਏ ਗੁਰੂ ਦੇ ਘਰ, ਕੋਈ ਅਵੱਗਿਆ ਕੋਈ ਪਾਪ ਤੇ ਨਹੀਂ ਕਰ ਆਏ? ਕਹਿਣ ਲੱਗੇ ਪਾਪ ਤੇ ਮੈਂ ਕਰ ਹੀ ਆਇਆ, ਮੈਂ ਉੱਥੋਂ ਦੇ ਹੈੱਡ ਪ੍ਰੀਸਟ ਹੈੱਡ ਗ੍ਰੰਥੀ ਨੂੰ ਜਾਣੀ ਕਿ ਝਿੜਕਿਆ ਵੀ ਉਹਨੂੰ ਸੇਵਾ ਤੋਂ ਮੁਕਤ ਕਰ ਦਿੱਤਾ। ਕਹਿਣ ਲੱਗੀ ਫਿਰ ਇਹ ਪੀੜ ਦਾ ਕਾਰਨ ਉਹ ਬਣਿਆ। ਉਸੇ ਵੇਲੇ ਹੀ ਫਿਰ ਭਾਈ ਭਗਤ ਸਿੰਘ ਦੀ ਨਿਯੁਕਤੀ ਕੀਤੀ ਗਈ। ਜਦੋਂ ਨਿਯੁਕਤੀ ਕੀਤੀ ਗਈ, ਭਾਈ ਭਗਤ ਸਿੰਘ ਆ ਕੇ ਤਾਬਿਆ ਬੈਠ ਕੇ ਜਿਉਂ-ਜਿਉਂ ਚੌਰ ਸਾਹਿਬ ਦੀ ਸੇਵਾ ਕਰਦੇ ਆ, ਤਿਉਂ-ਤਿਉਂ ਵਾਇਸਰਾਏ ਦਾ ਸੂਲ ਜਿਹੜਾ ਮੁੱਕਦਾ ਜਾਂਦਾ। ਤੇ ਇਧਰ ਭਾਈ ਭਗਤ ਸਿੰਘ ਤਾਬਿਆ ਬੈਠ ਕੇ ਸੇਵਾ ਕਰਦੇ ਆ ਨਾ, ਤੇ ਅਰਦਾਸ ਕਰਦੇ ਆ, ਧੰਨ ਗੁਰੂ ਰਾਮਦਾਸ ਮਹਾਰਾਜ ਤੇਰੇ ਦਰ ਦੀ ਸੇਵਾ ਛੱਡ ਕੇ ਜਿਹੜਾ ਸਰੀਰ ਰਾਤੀ ਪੀੜਾ ਨਾਲ ਵਿਆਕੁਲ ਹੋ ਰਿਹਾ ਸੀ, ਉਹੀ ਸਰੀਰ ਜਿਹੜਾ ਹੁਣ ਫੁੱਲਾਂ ਵਾਂਗੂ ਹੌਲਾ ਆ, ਕਿਸੇ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਨਹੀਂ। ਤੋ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਆ, ਅੰਮ੍ਰਿਤ ਤੇਰੀ ਬਾਣੀਆਂ ਐ ਪਰਮੇਸ਼ਰ, ਤੇਰੇ ਉਪਦੇਸ਼ ਤੇਰੇ ਬਚਨ ਜਿਹੜੇ ਨੇ ਅੰਮ੍ਰਿਤਮਈ ਨੇ। ਤੇਰਿਆਂ ਭਗਤਾਂ ਹਿਰਦੈ ਸਮਾਣੀਆਂ, ਇਹ ਬਾਣੀ ਭਗਤਾਂ ਨੇ ਉਚਾਰਨ ਕੀਤੀ, ਇਹਦਾ ਵਸੇਬਾ ਭਗਤਾਂ ਦੇ ਮਨ 'ਚ ਹੁੰਦਾ। ਹਰ ਇੱਕ ਮਨੁੱਖ ਬਾਣੀ ਦਾ ਅਧਿਕਾਰੀ ਨਹੀਂ ਹੋ ਸਕਦਾ। ਸੁਖ ਸੇਵਾ ਅੰਦਰ ਰੱਖਿਆ, ਤੇਰੀ ਨਦਰ ਕਰੇ ਨਿਸਤਾਰ ਜੀਓ। ਪਰਮੇਸ਼ਰ ਦੇ ਦਰ ਦੀ ਸੇਵਾ ਕੀਤਿਆਂ ਮਨੁੱਖ ਜਿਹੜਾ ਦੋਹਾਂ ਜਹਾਨਾਂ ਵਿੱਚ ਸੁਖੀ ਰਹਿੰਦਾ, ਔਰ ਵਾਹਿਗੁਰੂ ਦੀ ਨਦਰ ਸਦਕਾ ਮਨੁੱਖ ਭਾਵ ਸਾਗਰ ਤੋਂ ਪਾਰ ਲੱਗਦਾ ਹੈ। ਤੋ ਇਸ ਸੰਸਾਰ ਦੇ ਅੰਦਰ ਜਿੰਨੇ ਵੀ ਮਹਾਂਪੁਰਖ ਜਿਨ੍ਹਾਂ ਦੀ ਪਰਮੇਸ਼ਰ ਨੇ ਡਿਊਟੀ ਲਾਈ ਸੀ, ਉਹ ਆ ਕੇ ਪੈਦਾ ਆਪਾਂ ਵੀ 3 ਗੁਣਾਂ 'ਚ ਹੋਏ ਆ, ਮਹਾਂਪੁਰਖ ਵੀ 3 ਗੁਣਾਂ 'ਚ ਹੀ ਪੈਦਾ ਹੁੰਦੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਪਰ ਉਹ ਇਸ ਗੱਲ ਨੂੰ ਸਮਝ ਲੈਂਦੇ ਵੀ ਆਪਾਂ 3 ਗੁਣਾਂ 'ਚ ਪੈਦਾ ਹੋਏ ਆ, 3 ਗੁਣਾਂ ਵਿੱਚ ਪੈਦਾ ਹੋ ਕੇ ਤੇ 3 ਦੈਵੀ ਗੁਣ ਧਾਰਨ ਕਰੀਏ ਤਾਂ ਚੌਥੇ ਪਦ ਦੇ ਧਾਰਨੀ ਬਣਿਆ ਜਾਏਗਾ। ਸਿਮਰਨ ਤੇ ਸੇਵਾ ਤੇ ਸੰਗਤ 3 ਚੀਜ਼ਾਂ ਦੈਵੀ ਗੁਣ ਨੇ, ਜਿਨ੍ਹਾਂ ਦੇ ਜੀਵਨ ਵਿੱਚ 3 ਦੈਵੀ ਗੁਣਾਂ ਦਾ ਸ਼ਿੰਗਾਰ ਬਣ ਗਿਆ। ਉਹ ਮਨੁੱਖ ਰਜੋ ਗੁਣ, ਤਮੋ ਗੁਣ, ਸਤੋ ਗੁਣੀ ਬਿਰਤੀ ਤੋਂ ਉਪਰਾਮ ਹੋ ਕੇ ਚੌਥੇ ਪਦ ਵਿੱਚ ਚਲੇ ਜਾਂਦੇ। ਜਿਹੜੇ ਆਏ ਨੇ ਉਹਨਾਂ ਨੇ ਜਾਣਾ, ਮਹਾਂਪੁਰਖ ਆ ਕੇ ਨਾਮ ਬਾਣੀ ਨਾਲ ਜੋੜ ਕੇ ਸਰੀਰ ਕਰਕੇ ਚਲੇ ਗਏ, ਪਰ ਉਹਨਾਂ ਦੀਆਂ ਯਾਦਾਂ ਅੱਜ ਵੀ ਜਿਹੜੀਆਂ ਮਨਾਈਆਂ ਜਾਂਦੀਆਂ, ਉਹਨਾਂ ਦਾ ਨਾਂ ਲਿਆ ਅੱਜ ਵੀ ਥਕੇਵਾਂ ਲੈਂਦਾ, ਰਸ ਪ੍ਰਾਪਤ ਹੁੰਦਾ, ਸੁੱਖ ਮਿਲਦਾ। ਦੁਨੀਆ ਬਹੁਤ ਚਲੀ ਗਈ ਹੈ, ਬੜਿਆਂ ਨੇ ਚਲੇ ਜਾਣਾ, ਆਪਾਂ ਵੀ ਚਲੇ ਜਾਣਾ, ਪਰ ਆਪਣੀਆਂ ਕਿਸੇ ਨੇ ਵਰਸ਼ੀਆਂ ਨਹੀਂ ਮਨਾਉਣੀਆਂ। ਸਾਡੀ ਯਾਦ ਵਿੱਚ ਕਿਸੇ ਨੇ ਪਰਮੇਸ਼ਰ ਦੇ ਚਰਨਾਂ ਨਾਲ ਨਹੀਂ ਜੁੜਨਾ। ਜਿੱਦਣ ਮਰਾਂਗੇ ਨਾ, ਰੋਣਾ ਪਿੱਟਣਾ ਹੀ ਹੋਊਗਾ, ਕੋਈ ਸਿਮਰ ਨਹੀਂ ਹੋਣ ਲੱਗਾ। ਮਹਾਂਪੁਰਖ ਹੁੰਦੇ ਆ ਜਿਨ੍ਹਾਂ ਦੇ ਜਾਣ ਤੋਂ ਬਾਅਦ ਵੀ ਜਿਉਂਦੇ ਜੀ ਸਿਮਰਨ ਕਰਦੇ ਰਹਿੰਦੇ, ਜਾਣ ਤੋਂ ਬਾਅਦ ਵੀ ਟੁੱਟੀਆਂ ਰੂਹਾਂ ਜਿਹੜੀਆਂ ਪਰਮੇਸ਼ਰ ਨਾਲ ਜੁੜਦੀਆਂ ਰਹੀਆਂ। ਆਪਾਂ ਪਰਦੇਸੀ, ਆਪਾਂ ਵੀ ਚਲੇ ਜਾਣਾ। ਆਪਾਂ ਮਹਿਮਾਨ ਜਿੰਦੜੀਏ, ਘੜੀ ਦੋ ਘੜੀ ਦੇ ਵਗਦੀਆਂ ਨੇ ਤੇਜ ਹਵਾਵਾਂ, ਪੱਤੇ ਨੇ ਝੜੀ ਦੇ ਦੁੱਧ ਪੁੱਤ ਦੇਖ ਬਗਾਨੇ, ਹੋ ਕੇ ਨਹੀਂ ਭਰੀ ਦੇ ਵੇਖੇ ਮੈਂ ਬੜੇ ਸ਼ਕੰਦਰ, ਖਾਲੀ ਹੱਥ ਸੜੀ ਦੇ ਵੇਖੇ ਮੈਂ ਬੜੇ ਸ਼ਕੰਦਰ। ਬੜੇ ਰਾਜੇ ਰਜਵਾੜੇ ਇੱਥੇ ਦੌਲਤਾਂ ਕਮਾ ਕਮਾ ਚਲੇ ਗਏ, ਆਖਰ ਨੂੰ ਵਿਚਾਰੇ ਖਾਲੀ ਹੱਥ ਗਏ। ਪਰ ਇੱਕ ਰੱਬ ਦੇ ਪਿਆਰੇ
ਸੰਸਾਰ ਤੇ ਆਏ, ਨਾਮ ਬਾਣੀ ਦੀ ਐਸੀ ਕਮਾਈ ਕੀਤੀ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਵਾਨ ਗਣੇ ਸਈਏ ਆਏ, ਸਫਲ ਤਿਨਾ ਕੇ ਕਾਮਾ। ਮਹਾਂਪੁਰਖਾਂ ਦਾ ਆਉਣਾ ਜਿਹੜਾ ਉਹ ਧਨਤਾ ਦੇ ਯੋਗ ਹੁੰਦਾ, ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਹੁੰਦੇ। ਉਹ ਪਰਮੇਸ਼ਰ ਦੇ ਹੁਕਮ ਵਿੱਚ ਆਉਂਦੇ ਆ, ਪਰਮੇਸ਼ਰ ਦੇ ਹੁਕਮ ਵਿੱਚ ਚਲੇ ਜਾਂਦੇ ਆ। ਸਤਿਗੁਰਾਂ ਦੇ ਪਾਕ ਪੁੱਤਰ ਦਰਬਾਰ ਵਿੱਚ ਆਪ ਸਭ ਸੰਗਤਾਂ ਤਨ ਮਨ ਧਨ ਕਰਕੇ ਸੇਵਾਵਾਂ ਕਰ ਰਹੇ ਹੋ, ਭਾਗਾਂ ਵਾਲੇ ਹੋ। ਦੁਨੀਆ ਦਾ ਹਰ ਸੁੱਖ ਜਿਹੜਾ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਵਿੱਚ ਰੱਖਿਆ ਹੋਇਆ। ਸੇਵਾ ਕਰੋ, ਜਿਨ੍ਹਾਂ ਨੂੰ ਸਮਾਂ ਮਿਲਦਾ ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਆ ਕੇ ਚੌਰ ਸਾਹਿਬ ਦੀ ਸੇਵਾ ਕਰਿਆ ਕਰੋ। ਬਰਤਨਾਂ ਦੀ ਸੇਵਾ ਜਿੰਨਾ ਹੋ ਸਕੇ, ਸੇਵਾ ਦੇ ਨਾਲ ਇਹਨਾਂ ਹੱਥਾਂ ਵਿੱਚ ਬਰਕਤ ਪੈਂਦੀ। ਸੇਵਾ ਕਰਨੀ ਆਰੰਭ ਕਰ ਦਿਓ, ਜਿਹੜੇ ਕੰਮ ਨੂੰ ਹੱਥ ਪਾਓਗੇ ਉਹ ਕੰਮ ਤੁਹਾਡਾ ਬੜੀ ਛੇਤੀ ਨੇਪਰੇ ਚੜ੍ਹੇਗਾ। ਕਿਸੇ ਕੰਮ ਵਿੱਚ ਰੋੜਾ ਨਹੀਂ ਅਟਕਦਾ, ਕੰਮ ਵਿੱਚ ਰੋੜਾ ਕੱਢੋ ਅਟਕਦਾ। ਕੋਟ ਬਿਗਣ ਤੇ ਸਲਾਗ ਤੇ ਜਿਸ ਨੂੰ ਵਿਸਰੈ ਨਾਉ। ਇਹਨਾਂ ਹੱਥਾਂ ਵਿੱਚ ਬਰਕਤ ਉਦੋਂ ਪੈਣੀ ਹੈ ਜਦੋਂ ਇਹਨਾਂ ਹੱਥਾਂ ਦੇ ਵਿੱਚ ਸੇਵਾ ਦਾ ਕੋਈ ਰਸ ਲੱਗਾ ਹੋਵੇਗਾ, ਸੇਵਾ ਦਾ ਰੰਗ ਲੱਗਾ ਹੋਵੇਗਾ। ਤੇ ਕੰਮ ਤੇ ਆਪਾਂ ਹੁਣ ਕਰਨੇ ਹੀ ਨੇ ਨਾ। ਕੋਈ ਕਬੀਲਦਾਰੀ, ਧੀਆਂ ਪੁੱਤਰ ਪੈਦਾ ਹੋ ਗਏ ਨਾ, ਪੜ੍ਹਨਾ ਲਿਖਣਾ ਇਹਨਾਂ ਨੇ, ਫਿਰ ਵਿਆਹੁਣੇ ਵੀ ਆ, ਫਿਰ ਇਹਨਾਂ ਦੇ ਕਾਰੋਬਾਰ ਨੇ, ਸਾਰਿਆਂ ਨੂੰ ਕੰਮ ਤੇ ਆਪਾਂ ਸ਼ੁਰੂ ਕਰਨਾ ਹੀ ਕਰਨਾ ਕੋਈ ਨਾ ਕੋਈ। ਤੇ ਜੇ ਚਾਹੁੰਦੇ ਹੋ ਕਿ ਜਿਹੜੇ ਕੰਮ ਨੂੰ ਹੱਥ ਲਪਾਈਏ ਉਹ ਕੰਮ ਜਿਹੜਾ ਛੇਤੀ ਨੇਪਰੇ ਚੜ੍ਹ ਜਾਏ, ਫਿਰ ਇਹਨਾਂ ਹੱਥਾਂ ਨਾਲ ਸੇਵਾ ਦਾ ਹੋਣਾ ਜ਼ਰੂਰੀ ਹੈ, ਇਹਦੇ ਵਿੱਚ ਬਰਕਤ ਆ ਜਾਂਦੀ। ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।